ਮੇਰਾ ਵਿਸ਼ਾ ਹੈ ਤੀਜੇ ਜੈਂਡਰ ਨਾਲ ਜੁੜੀ ਭਾਸ਼ਾਈ ਸ਼ਬਦਾਵਲੀ ਹੀਜੜਿਆਂ ਦੀ ਭਾਸ਼ਾ ਦੇ ਵਿਸ਼ੇਸ਼ ਪ੍ਰਸੰਗ ਵਿੱਚ। ਭਾਰਤ ਬਹੁਭਾਸ਼ੀ ਦੇਸ਼ ਹੈ ਜਿਸ ਦੀ ਵੱਖਰਤਾ ਦਾ ਵੱਡਾ ਕਾਰਨ ਇਸ ਵਿੱਚ ਅਲੱਗ-ਅਲੱਗ ਭਾਸ਼ਾਈ ਸਮੂਹਾਂ ਦੀ ਮੌਜੂਦਗੀ ਹੈ ਜੋ ਖੇਤਰੀ ਕਿੱਤਾ ਸਮਾਜਿਕ ਵਖਰੇਵਿਆਂ ਦੇ ਕਾਰਨ ਆਪਸ ਵਿੱਚ ਵੱਖਰਤਾ ਰੱਖਦੇ। ਇਸ ਦੇ ਨਾਲ ਵਿਅਕਤੀ ਭਾਸ਼ਾ ਦਾ ਸੰਕਲਪ ਹਰ ਵਿਅਕਤੀ ਦੀ ਨਿੱਜੀ ਭਾਸ਼ਾ ਵਿੱਚ ਆਪਸੀ ਵਖਰੇਵਿਆਂ ਦਾ ਜ਼ਿਕਰ ਕਰਦਾ ਹੈ। ਵਿਅਕਤੀ ਭਾਸ਼ਾਵਾਂ ਦੇ ਸਮੂਹ ਨਾਲ ਉਪਭਾਸ਼ਾਵਾਂ ਦੇ ਸਮੂਹ ਨਾਲ ਭਾਸ਼ਾਵਾਂ ਹੋਂਦ ਵਿੱਚ ਆਉਂਦੀਆਂ। ਇਹਨਾਂ ਸਾਰੀਆਂ ਵੰਨਗੀਆਂ ਨੂੰ ਭਾਸ਼ਾ ਵਿਗਿਆਨ ਲਿੰਗੁਇਸਟਿਕ ਦੀ ਇੱਕ ਵਿਸ਼ੇਸ਼ ਵੰਨਗੀ ਸਮਾਜ ਭਾਸ਼ਾ ਵਿਗਿਆਨ ਸੋਸ਼ਲ ਲਿੰਗੁਇਸਟਿਕ ਦੇ ਅੰਤਰਗਤ ਦੇਖਿਆ ਜਾਂਦਾ ਹੈ। ਸਮਾਜ ਭਾਸ਼ਾ ਵਿਗਿਆਨ ਦੇ ਵਿੱਚ ਸਮਾਜ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਪਾਈਆਂ ਜਾਂਦੀਆਂ ਨੇ ਉਹਨਾਂ ਦਾ ਅਲੱਗ-ਅਲੱਗ ਤਰੀਕੇ ਨਾਲ ਅਧਿਐਨ ਉਹ ਕੀਤਾ ਜਾਂਦਾ ਹੈ, ਜਿਵੇਂ ਰਜਿਸਟਰ ਭਾਸ਼ਾਵਾਂ, ਕੋਡ ਭਾਸ਼ਾਵਾਂ, ਪਿਜਨ ਕ੍ਰਿਓਲ, ਗੁਪਤ ਕੋਡ, ਸਾਰੀਆਂ ਭਾਸ਼ਾਈ ਜਿਹੜੇ ਰੂਪ ਨੇ ਉਹਨਾਂ ਦਾ ਅਧਿਐਨ ਸਮਾਜ ਭਾਸ਼ਾ ਵਿਗਿਆਨ ਦੇ ਅੰਤਰਗਤ ਕੀਤਾ ਜਾਂਦਾ ਹੈ। ਇਹ ਅਧਿਐਨ ਵੀ ਹੈ ਜਿਹੜਾ ਇਹਦੇ ਵਿੱਚ ਕਿਉਂਕਿ ਸਮਾਜ ਦੇ ਵਿੱਚ ਪਾਈ ਜਾਂਦੀ ਭਾਸ਼ਾ ਦੇ ਇੱਕ ਰੂਪ ਦਾ ਅਧਿਐਨ ਹੈ ਜਿਹੜਾ ਕੀਤਾ ਜਾ ਰਿਹਾ ਹੈ, ਇਹਨੂੰ ਅਸੀਂ ਸੋਸ਼ਲ ਲਿੰਗੁਇਸਟਿਕ ਨਾਲ ਇਸ ਕਰਕੇ ਜੋੜ ਸਕਦੇ ਕਿਉਂਕਿ ਸਮਾਜ ਵਿੱਚ ਜਿਹੜਾ ਤੀਜਾ ਜੈਂਡਰ ਵਿਚਰਦਾ ਹੈ ਉਹਨੂੰ ਅਸੀਂ ਹਾਸ਼ੀਆਕ੍ਰਿਤ ਧਿਰਾਂ ਦੇ ਵਜੋਂ ਉਹਨੂੰ ਸਮਝ ਰਹੇ ਹਾਂ। ਤੀਜਾ ਜੈਂਡਰ ਤੇ ਹੋਰ ਵੀ ਮੈਂ ਦੇਖਿਆ ਕਈ ਪੇਪਰ ਨੇ ਕਿਉਂਕਿ ਇਹਨੂੰ ਅਸੀਂ ਮੁੱਖ ਧਾਰਾ ਦਾ ਜਾਂ ਕੇਂਦਰੀ ਧਾਰਾ ਦਾ ਅੰਗ ਨਹੀਂ ਮੰਨਦੇ, ਇਹਨੂੰ ਅਸੀਂ ਤੀਜੇ ਜੈਂਡਰ ਵਜੋਂ ਸਵੀਕ੍ਰਿਤੀ ਦਿੰਦੇ ਹਾਂ। ਇਸ ਕਰਕੇ ਇਹਨੂੰ ਹਾਸ਼ੀਆਕ੍ਰਿਤ ਧਿਰਾਂ ਦੇ ਵਜੋਂ ਇਹਨਾਂ ਲੋਕਾਂ ਨੂੰ ਜਿਹੜਾ ਦੇਖਿਆ ਜਾਂਦਾ ਹੈ। ਜਿਹੜੇ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਲਿੰਗ ਪ੍ਰਬੰਧ ਦੀ ਗੱਲ ਕਰਦੇ ਹਾਂ ਤਾਂ ਦੋ ਹੀ ਲਿੰਗ ਨੇ ਜਿਹੜੇ ਉਹ ਪਾਏ ਜਾਂਦੇ ਨੇ, ਇੱਕ ਪੁਲਿੰਗ ਤੇ ਇੱਕ ਇਸਤਰੀ ਲਿੰਗ। ਤੀਜਾ ਲਿੰਗ ਵੀ ਸਾਡੇ ਕੋਲ ਆਇਡੈਂਟੀਫਾਈ ਕਰਨ ਦੇ ਲਈ ਤੀਸਰੇ ਜੈਂਡਰ ਨੂੰ ਨਹੀਂ ਹੈ। ਤੇ ਸੰਸਕ੍ਰਿਤ ਦੇ ਵਿੱਚ ਜਦੋਂ ਅਸੀਂ ਪੁਰਾਤਨ ਆਰੀਆ ਭਾਸ਼ਾ ਸੰਸਕ੍ਰਿਤ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਨਿਪੁੰਸਕ ਲਿੰਗ ਦਾ ਬੇਸ਼ੱਕ ਮੌਜੂਦਗੀ ਪਾਈ ਜਾਂਦੀ ਸੀ, ਪਰ ਉਹ ਤੋਂ ਬਾਅਦ ਵਾਲੀਆਂ ਭਾਰਤੀ ਆਰੀਆ ਭਾਸ਼ਾਵਾਂ ਦੇ ਵਿੱਚ ਤੀਜੇ ਜੈਂਡਰ ਲਈ ਕੋਈ ਵੀ ਨਾਮ ਆ ਜਿਹੜਾ ਉਹ ਨਹੀਂ ਹੈ। ਤੇ ਇੱਕ ਗੱਲ ਮੈਨੂੰ ਖਾਸ ਤੌਰ ਤੇ ਲੱਗਦੀ ਆ, ਅਸੀਂ ਜਿੱਥੋਂ ਤੱਕ ਪੜ੍ਹ ਕੇ ਆਏ ਆ ਜਾਂ ਉਸ ਤੋਂ ਪਹਿਲਾਂ ਵੀ ਇਸ ਫੀਲਡ 'ਚ ਕੰਮ ਕਰ ਰਹੇ ਯੂਨੀਵਰਸਿਟੀਆਂ 'ਚ ਜਾਂ ਕਾਲਜਾਂ 'ਚ ਸਕੂਲਾਂ 'ਚ ਹਾਲੇ ਤੱਕ ਸਾਡੇ ਨਾਲ ਕੋਈ ਤੀਜੇ ਜੈਂਡਰ ਦਾ ਬੰਦਾ ਉਸ ਰੂਪ ਦੇ ਵਿੱਚ ਜਿਹਨੂੰ ਅਸੀਂ ਕਿੰਨਰ ਕਹਿ ਸਕੀਏ, ਕੋਈ ਪੜ੍ਹਿਆ ਨਹੀਂ, ਕੋਈ ਨੌਕਰੀ ਦੇ ਪੇਸ਼ੇ 'ਚ ਨਾਲ ਨਹੀਂ ਆਇਆ। ਇਹ ਵੀ ਸਾਡੀ ਸੁਸਾਇਟੀ ਦੀ ਇੱਕ ਵੱਡੀ ਤਰਾਸ ਸੀ ਜਿਹਨੂੰ ਅਸੀਂ ਵਿਦਿਅਕ ਪ੍ਰਬੰਧ ਦੇ ਵਿੱਚ ਉਹਨਾਂ ਦੀ ਕੋਈ ਹੋਂਦ ਨਾ ਹੋਣਾ ਵੀ ਮੈਂ ਮਹਿਸੂਸ ਕਰਦੀ ਹਾਂ। ਲੰਮੇ ਸੰਘਰਸ਼ ਤੋਂ ਬਾਅਦ ਸੁਪਰੀਮ ਕੋਰਟ ਨੇ ਕਿੰਨਰਾਂ ਨੂੰ ਜਾਂ ਟਰਾਂਸਜੈਂਡਰ ਨੂੰ ਤੀਜੇ ਲਿੰਗ ਦੇ ਵਜੋਂ ਅਪ੍ਰੈਲ 2014 ਦੇ ਵਿੱਚ ਪਹਿਚਾਣ ਦਿੱਤੀ ਹੈ। ਉਸ ਤੋਂ ਪਹਿਲਾਂ ਉਹ ਜਿੰਨੇ ਵੀ ਜਿਹੜੇ ਦਸਤਾਵੇਜ਼ ਹੁੰਦੇ ਸੀ ਉਹਨਾਂ ਤੇ ਪੁਰਸ਼ ਜਾਂ ਇਸਤਰੀ ਦੋਨੇ ਕਾਲਮ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਲਿਖਵਾਉਣਾ ਪੈਂਦਾ ਸੀ। ਸੁਪਰੀਮ ਕੋਰਟ ਨੇ ਟਰਾਂਸਜੈਂਡਰ ਦੀ ਸਮਾਜਿਕ ਆਰਥਿਕ ਦੋਹਾਂ ਰੂਪਾਂ ਦੇ ਵਿੱਚ ਕਮਜ਼ੋਰ ਤਬਕੇ ਵਜੋਂ ਪਹਿਚਾਣ ਕਰਨ ਲਈ ਸੁਸਾਇਟੀ ਨੂੰ ਕਿਹਾ ਤੇ ਇਸ ਦੇ ਨਾਲ ਇਹ ਵੀ ਕਿਹਾ ਵੀ ਦਾਖਲਾ ਦਿੰਦੇ ਸਮੇਂ ਜਾਂ ਨੌਕਰੀ ਦਿੰਦੇ ਸਮੇਂ ਤੀਜੇ ਲਿੰਗ ਵਜੋਂ ਇਹਨੂੰ ਦੇਖਿਆ ਜਾਵੇ। ਰਿਜ਼ਰਵੇਸ਼ਨ ਦੀ ਜਿਹੜੀ ਵਿਸ਼ੇਸ਼ OBC ਦਾ ਰੂਪ ਹੈ ਉਹਦੇ ਵਿੱਚ ਇਹਨਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਰੱਖਿਆ ਗਿਆ। ਉਸ ਤੋਂ ਬਿਨਾਂ ਕਿਉਂਕਿ ਇਹਨਾਂ ਦੀਆਂ ਖੁਦ ਦੀਆਂ ਮੰਗਾਂ ਸੀਗੀਆਂ, ਇਹਨਾਂ ਲਈ ਪਬਲਿਕ ਬਾਥਰੂਮ ਬਣਾਉਣ, ਹਸਪਤਾਲਾਂ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਨਿਰਦੇਸ਼ ਸੁਪਰੀਮ ਕੋਰਟ ਨੇ ਆਪਣੀ ਇਸ ਇੰਸਟਰਕਸ਼ਨਸ ਦੇ ਵਿੱਚ ਦਿੱਤੇ ਨੇ। ਤੇ ਨਾਲ ਹੀ ਸਿਰਫ ਇਹਨਾਂ ਨੂੰ ਹੀ ਨਹੀਂ ਕਿੰਨਰਾਂ ਨੂੰ ਹੀ ਇਹਦੇ ਵਿੱਚ ਰੱਖਿਆ ਗਿਆ, ਨਾਲ ਹੀ ਕਿਹਾ ਕਿ ਜੇ ਕੋਈ ਆਪਣਾ ਸੈਕਸ ਬਦਲਵਾ ਕੇ ਨਵੇਂ ਸੈਕਸ ਵਿੱਚ ਤਬਦੀਲ ਹੋ ਜਾਂਦਾ ਹੈ ਉਹਨੂੰ ਵੀ ਸੁਸਾਇਟੀ ਉਸ ਨਵੇਂ ਸੈਕਸ ਨਾਲ ਉਹਦੇ ਨਾਲ ਕੋਈ ਭੇਦਭਾਵ ਨਹੀਂ ਕਰੂਗੀ, ਉਸੇ ਰੂਪ ਵਿੱਚ ਉਹਨੂੰ ਸਵੀਕਾਰ ਕਰੂ। ਇੱਕ ਮਹੱਤਵਪੂਰਨ ਗੱਲ ਜਿਹੜੀ ਆਪਣੇ ਦਸਤਾਵੇਜ਼ ਦੇ ਵਿੱਚ ਤੀਜੇ ਲਿੰਗ ਦੀ ਆਇਡੈਂਟੀਟੀ ਹੈ ਜਿਹੜੀ ਹੁਣ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਜ਼ਰੂਰੀ ਕੀਤੀ ਗਈ ਹੈ, ਜਿਹਦੇ ਵਿੱਚ ਇਸਤਰੀ ਤੇ ਪੁਰਸ਼ ਤੋਂ ਇਲਾਵਾ ਇੱਕ ਤੀਜੇ ਜੈਂਡਰ ਦੀ ਆਇਡੈਂਟੀਟੀ ਪਾਈ ਜਾਂਦੀ ਹੈ। ਇਹ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਆਪਾਂ ਸਭ ਨੂੰ ਪਤਾ ਬਹੁਤ ਸਾਰੀਆਂ ਵੀਡੀਓਜ਼ ਵੀ ਆਈਆਂ ਸੀ, ਅਖਬਾਰਾਂ 'ਚ ਵੀ ਲੰਮਾ ਚਰਚਾ ਰਿਹਾ ਵੀ ਇਹ ਜਿਹੜੀ ਇਹ ਪਛਾਣਾਂ ਨੇ ਜਿਹੜੀਆਂ ਇਹਨਾਂ ਨਾਲ ਜੁੜੀਆਂ ਜਿਹੜੀਆਂ ਸਮਲਿੰਗੀ ਪਛਾਣਾਂ ਸੀਗੀਆਂ ਇਹਨਾਂ ਨੇ ਲੰਮੀ ਜੱਦੋ-ਜਹਿਦ ਤੋਂ ਬਾਅਦ ਜਿਹੜਾ ਇਹ ਸਾਰਾ ਰੂਪ ਹਾਸਲ ਕੀਤਾ ਹੈ। ਇਹ 2014 ਦੇ ਵਿੱਚ ਜਿਹੜਾ ਆਉਂਦਾ ਹੈ ਤੇ ਉਹ ਤੋਂ ਬਾਅਦ 2018 ਦੇ ਵਿੱਚ ਆਉਂਦਾ ਹੈ। ਇਹ ਲੰਬੀ ਜੱਦੋ-ਜਹਿਦ ਦੀ ਲੜਾਈ ਤੋਂ ਬਾਅਦ ਇਹਨਾਂ ਪਛਾਣਾਂ ਨੂੰ ਸਮਾਜ ਵਿੱਚ ਤਾਂ ਨਹੀਂ ਸੁਪਰੀਮ ਕੋਰਟ ਦੇ ਦੁਆਰਾ ਕਾਨੂੰਨੀ ਰੂਪ ਦੇ ਵਿੱਚ ਸਵੀਕ੍ਰਿਤੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਇਹਨਾਂ ਨੂੰ ਇਹ ਸਾਡੇ ਅੱਗੇ ਬਹੁਤ ਸਾਰੇ ਸ਼ਬਦ ਇਹਨਾਂ ਨਾਲ ਸੰਬੰਧਿਤ ਆਉਂਦੇ ਨੇ, ਪਰ ਅਸੀਂ ਵਿਦਿਆਰਥੀ ਵਰਗ ਜਾਂ ਅਸੀਂ ਨਹੀਂ ਸਮਝ ਸਕਦੇ ਵੀ ਇਹਨਾਂ ਦਾ ਅਸਲ ਦੇ ਵਿੱਚ ਖਾਸ ਕਰਕੇ ਮੈਂ ਹਾਸ਼ੀਆਕ੍ਰਿਤ ਤੇ ਕੁੜੀਆਂ ਦੇ ਪੱਖ ਤੋਂ ਸਾਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ ਵੀ ਇਹ ਕਿਹੜੇ ਜਿਹੜੇ ਰੂਪ ਨੇ ਹੈਗੇ ਨੇ। ਜਿਵੇਂ ਇਹਨਾਂ ਦੇ ਸਮੂਹ ਨੂੰ
LGBT ਸਮੂਹ ਦੇ ਕਮਿਊਨਿਟੀ ਜਾਂ ਸਮੂਹ ਦੇ ਨਾਮ ਥੱਲੇ ਰੱਖਿਆ ਜਾਂਦਾ ਹੈ ਤੇ ਸਾਰੇ ਸ਼ਬਦ ਨੇ ਜਿਹੜਾ ਜੇ ਉਹਨਾਂ ਦੇ ਆਪਣੇ ਆਪਣੇ ਮਤਲਬ ਨੇ ਲੈਸਬੀਅਨ, ਗੇ, ਬਾਇਸੈਕਸ਼ੂਅਲ, ਟਰਾਂਸਜੈਂਡਰ, ਇਹ ਜਿਹੜੀ ਕਮਿਊਨਿਟੀ ਹੈ LGBT ਉਹਦੀ ਗੱਲ ਕੀਤੀ ਜਾਂਦੀ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਕੁਝ ਸ਼ਬਦਾਂ ਦਾ ਇਹਨਾਂ ਵਿੱਚੋਂ ਪਤਾ ਹੈ। ਲੈਸਬੀਅਨ ਜਿਹੜੀ ਕੁੜੀ ਪ੍ਰਤੀ ਆਕਰਸ਼ਿਤ ਹੁੰਦੀ ਹੈ, ਗੇ ਮਰਦ ਪ੍ਰਤੀ ਆਕਰਸ਼ਿਤ ਹੁੰਦਾ ਹੈ। ਹੋਰ ਸ਼ਬਦ ਨੇ ਜਿਹੜੇ ਹੋਮੋਸੈਕਸ਼ੂਅਲ, ਇਹ ਉਹ ਵਿਅਕਤੀ ਨੇ ਜਿਹੜੇ ਆਪਣੇ ਵਰਗੇ ਸੈਕਸ ਪ੍ਰਤੀ ਆਕਰਸ਼ਿਤ ਹੁੰਦੇ ਨੇ, ਜਿਵੇਂ ਕੁੜੀਆਂ ਵੱਲ, ਮੁੰਡਿਆਂ ਵੱਲ। ਹੈਟਰੋਸੈਕਸ਼ੂਅਲ ਆ ਜਿਹਨਾਂ ਵਿੱਚ ਔਰਤ ਵੱਲ ਤੇ ਆਦਮੀ ਔਰਤ ਵੱਲ ਤੇ ਔਰਤ ਆਦਮੀ ਵੱਲ ਆਕਰਸ਼ਿਤ ਹੁੰਦੀ ਹੈ। ਬਾਇਓਸੈਕਸ਼ੂਅਲ, ਬਾਏ ਦਾ ਮਤਲਬ ਦੋ ਹੁੰਦਾ ਹੈ, ਇਹ ਦੋਵੇਂ ਸੈਕਸ ਪ੍ਰਤੀ ਆਕਰਸ਼ਿਤ ਹੁੰਦੇ ਨੇ। ਇਹਦੇ ਵਿੱਚ ਆਦਮੀ ਤੇ ਔਰਤ ਦੋਵੇਂ ਹੋ ਸਕਦੇ। ਕਿਉਂਕਿ ਸੁਸਾਇਟੀ ਇਹਨਾਂ ਪਛਾਣਾਂ ਨੂੰ ਸਵੀਕ੍ਰਿਤੀ ਨਹੀਂ ਦਿੰਦੀ, ਇਹ ਭਾਵੇਂ ਅੰਗਰੇਜ਼ੀ ਦੇ ਸ਼ਬਦ ਨੇ ਪਰ ਅੰਗਰੇਜ਼ੀ ਸਮਾਜਾਂ ਦੇ ਵਿੱਚ ਵੀ ਇਹਨਾਂ ਨੂੰ ਸਵੀਕ੍ਰਿਤੀ ਨਹੀਂ ਮਿਲੀ ਵੀ। ਇਸ ਕਰਕੇ ਇਹਨਾਂ ਲਈ ਸੁਸਾਇਟੀ ਦੁਆਰਾ ਅਪਭਾਸ਼ਾਈ ਜਾਂ ਸਲੈਂਗ ਸ਼ਬਦ ਵੀ ਵਰਤੇ ਜਾਂਦੇ ਨੇ, ਜਿਵੇਂ ਬਾਇਸੈਕਸ਼ੂਅਲ ਦਾ ਅਪਭਾਸ਼ਾਈ ਸ਼ਬਦ ਹੈਟਰੋਫਲੈਕਸੀਬਲ, ਲੈਸਬੀਅਨ ਦਾ ਡਾਈਕ, ਗੇਲੀ, ਫੈਗ ਸ਼ਬਦ ਨੇ ਜਿਹੜੇ ਇਹ ਅਪਭਾਸ਼ਾਈ ਨੇ ਜਿਨ੍ਹਾਂ ਨੂੰ ਕਾਨੂੰਨੀ ਤੌਰ ਤੇ ਵਰਤਣ ਦੀ ਮਨਾਹੀ ਹੈ। ਪੰਜਾਬੀ ਦੇ ਵਿੱਚ ਵੀ ਇਹ ਅਪਭਾਸ਼ਾਈ ਸ਼ਬਦ ਹੈਗੇ ਨੇ। ਕੁਝ ਸ਼ਬਦ ਤਾਂ ਇਹੋ ਜਿਹੇ ਨੇ ਜਿਨ੍ਹਾਂ ਲਈ ਸਟੇਜ ਤੇ ਬੋਲੇ ਜਾਣੇ ਦੀ ਵੀ ਮੈਨੂੰ ਠੀਕ ਨਹੀਂ ਲੱਗੇ, ਪਰ ਜਨਾਨੜਾ ਵਰਗੇ ਸ਼ਬਦ ਆਮ ਤੌਰ ਤੇ ਜਾਂ ਹੋਰ ਬੜੇ ਸ਼ਬਦ ਇਹਨਾਂ ਲਈ ਵਰਤੇ ਜਾਂਦੇ ਨੇ। ਇੱਕ ਸਮੂਹ ਹੈ ਟਰਾਂਸਜੈਂਡਰ। ਇਹਦੇ ਵਿੱਚ ਇੱਕ ਲਿੰਗ ਨਾਲ ਸੰਬੰਧਿਤ ਵਿਅਕਤੀ ਦੂਜੇ ਲਿੰਗ ਵਾਂਗ ਵਰਤਾਓ ਕਰਦਾ ਹੈ, ਜਿਵੇਂ ਇੱਕ ਮਰਦ ਔਰਤ ਵਾਂਗ ਵਰਤਾਓ ਕਰਦਾ ਹੈ ਜਦੋਂ ਕਿ ਇੱਕ ਔਰਤ ਮਰਦ ਵਾਂਗ ਵਰਤਾਓ ਕਰਦੀ ਹੈ। ਇਹੋ ਜਿਹੇ ਵਿਅਕਤੀ ਸਾਡੀ ਸੁਸਾਇਟੀ ਦੇ ਵਿੱਚ ਆਮ ਪਾਏ ਜਾਂਦੇ ਨੇ। ਇਸ ਦੇ ਨਾਲ ਟਰਾਂਸਸੈਕਸ਼ੂਅਲ ਉਹ ਵਿਅਕਤੀ ਨੇ ਜਿਹੜੇ ਆਪਣੇ ਅੰਗਾਂ ਦੀ ਸਰਜਰੀ ਨਾਲ ਤਬਦੀਲੀ ਕਰਵਾ ਲੈਂਦੇ ਨੇ। ਟਰਾਂਸਜੈਂਡਰ ਸਰਜਰੀ ਨਹੀਂ ਕਰਵਾਉਂਦਾ, ਜਦੋਂ ਕਿ ਟਰਾਂਸਸੈਕਸ਼ੂਅਲ ਨੇ ਜਿਹੜੇ ਉਹ ਆਪਣੇ ਅੰਗਾਂ ਦੀ ਤਬਦੀਲੀ ਨੇ ਜਿਹੜੇ ਉਹ ਕਰਾ ਲੈਂਦੇ ਨੇ। ਟਰਾਂਸਜੈਂਡਰ ਦੇ ਵਿੱਚ ਕਈ ਸਮੂਹ ਆਉਂਦੇ ਨੇ, ਜਿਵੇਂ ਮੇਲ ਟੂ ਫੀਮੇਲ, ਇਹ ਪੁਰਸ਼ ਸਰੀਰ ਵਿੱਚ ਜਨਮ ਲੈਂਦੇ ਨੇ ਪਰ ਖੁਦ ਨੂੰ ਔਰਤ ਜੈਂਡਰ ਨਾਲ ਜੋੜਦੇ ਨੇ। ਫੀਮੇਲ ਟੂ ਮੇਲ, ਇਹ ਇਸਤਰੀ ਸਰੀਰ ਵਿੱਚ ਜਨਮ ਲੈਂਦੇ ਨੇ ਪਰ ਖੁਦ ਨੂੰ ਪੁਰਸ਼ ਜੈਂਡਰ ਨਾਲ ਜੋੜਦੇ ਨੇ। ਹੀ ਜਿਹੜਾ ਵੀ ਟਰਾਂਸਜੈਂਡਰ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਇਹਨੂੰ ਅੰਗਰੇਜ਼ੀ ਵਿੱਚ ਨਿਊਚ ਅਤੇ ਥਰਡ ਜੈਂਡਰ ਦੇ ਤੌਰ ਤੇ ਮੰਨਿਆ ਜਾਂਦਾ ਹੈ। ਇਹ ਜਿਹੜਿਆਂ ਦੀ ਜਦੋਂ ਮੈਂ ਸਟੱਡੀ ਕਰ ਰਹੀ ਸੀ ਤਾਂ ਬਹੁਤ ਗਿਣਤੀ ਹੀ ਜਿਹੜੇ ਭਾਰਤੀ ਉਪ ਮਹਾਦੀਪ ਵਿੱਚ ਹੀ ਪਾਏ ਜਾਂਦੇ ਨੇ। ਇਹਨਾਂ ਨੂੰ ਹੀ ਜਾਂ ਕਿੰਨਰ ਜਾਂ ਥਰਡ ਜੈਂਡਰ ਦੇ ਰੂਪ ਚ ਮੰਨਿਆ ਜਾਂਦਾ ਹੈ। ਇਹਨਾਂ ਦੇ ਜਨਮ ਅੰਗ ਪੁਰਸ਼ ਜਾਂ ਇਸਤਰੀ ਨਾਲ ਮੇਲ ਨਹੀਂ ਖਾਂਦੇ, ਉਹਨਾਂ ਨੂੰ ਹੀ ਕਿਹਾ ਜਾਂਦਾ ਹੈ। ਇਹਨਾਂ ਨੂੰ ਇੰਟਰਸੈਕਸ ਸ਼ਬਦ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਸੂਡੋ, ਹਰਫਾਡਾਈਟਿਸ ਵੀ ਇਹਨਾਂ ਨੂੰ ਜਿਹੜਾ ਦਾ ਵਿਗਿਆਨਿਕ ਨਾਮ ਆ ਉਹ ਕਿਹਾ ਜਾਂਦਾ ਹੈ। ਇਹਦਾ ਅਰਥ ਇਹੀ ਆ ਵੀ ਜਿਨ੍ਹਾਂ ਦੇ ਗੁਪਤ ਅੰਗ ਅਸਪਸ਼ਟ ਹੁੰਦੇ ਨੇ। ਭਾਰਤੀ ਸਮਾਜ ਦੇ ਵਿੱਚ ਇਹ ਪੇਪਰ ਮੈਂ ਵਿਸ਼ੇਸ਼ ਰੂਪ ਦੇ ਵਿੱਚ ਕਿਉਂਕਿ ਹੀਜੜਿਆਂ ਨਾਲ ਸੰਬੰਧਿਤ ਕੀਤਾ ਹੈ। ਹੀਜੜਿਆਂ ਦੀ ਜਾਂ ਕਿੰਨਰਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਜਦੋਂ ਪੁਰਾਤਨ ਸਮਾਜ ਦੇ ਵਿੱਚ ਜਦੋਂ ਇਹਨਾਂ ਨੂੰ ਪੜ੍ਹਦੇ ਆ ਤਾਂ ਰਾਜੇ ਮਹਾਰਾਜਿਆਂ ਦੇ ਹਰਮ ਦੀ ਰਖਵਾਲੀ ਕਰਨ ਵਾਲੇ ਜਾਂ ਉਹਨਾਂ ਦੀਆਂ ਮਜਲਿਸਾਂ ਦੇ ਵਿੱਚ ਨੱਚਣ ਗਾਉਣ ਵਾਲੇ ਦੇ ਤੌਰ ਤੇ ਇਹ ਆਪਣੀ ਭੂਮਿਕਾ ਨਿਭਾਉਂਦੇ ਰਹੇ ਨੇ। ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਹੀਜੜੇ ਸਿਰਫ ਵਿਆਹਾਂ ਜਾਂ ਮੁੰਡੇ ਦੇ ਜੰਮੇ ਤੋਂ ਸਿਰਫ ਨੱਚਣ ਆਉਂਦੇ ਨੇ, ਪਰ ਅੱਜ ਦੇ ਸਮੇਂ ਦੇ ਵਿੱਚ ਰੇਲਾਂ ਦੇ ਵਿੱਚ, ਬੱਸਾਂ ਦੇ ਵਿੱਚ ਇਹਨਾਂ ਨੂੰ ਮੰਗਦੇ ਵੀ ਤੱਕਿਆ ਜਾ ਸਕਦਾ ਹੈ। ਜਿਨ੍ਹਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚੋਂ ਇੱਕ ਲੁਧਿਆਣੇ ਦੇ ਵਿੱਚ ਇੱਕ MA ਪਾਸ ਕਿੰਨਰ ਸੀ, ਜਿਹੜੀ MA ਪਾਸ ਹੋਣ ਦੇ ਬਾਵਜੂਦ ਵੀ ਉਹਨੂੰ ਘਰੋਂ ਧੱਕੇ ਨਾਲ ਉਹਨਾਂ 'ਚ ਪਤਾ ਨਹੀਂ ਲੱਗਦਾ ਚੱਕ ਲਿਆਉਂਦੇ ਨੇ ਤੇ ਅੱਜ ਉਹ ਲੁਧਿਆਣੇ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਮੰਗਦੀ ਪਾਈ ਜਾਂਦੀ ਹੈ। ਵਿਦਿਅਕ, ਨੌਕਰੀ, ਸਮਾਜਿਕ ਸੁਰੱਖਿਆ ਆਦਿ ਤੋਂ ਇਹਨਾਂ ਨੂੰ ਸਮਾਜ ਦੇ ਵਿੱਚ ਗਿਰਵਾ ਰੱਖਿਆ ਜਾਂਦਾ ਹੈ। ਕਿਉਂ ਰੱਖਿਆ ਜਾਂਦਾ ਦਾ ਸਿਰਫ ਇੱਕੋ ਹੀ ਕਾਰਨ ਹੈ, ਕਿਉਂਕਿ ਇਹ ਭਵਿੱਖ ਦੀ ਨਸਲ ਨੂੰ ਪੈਦਾ ਕਰਨ ਦੇ ਲਈ ਯੋਗ ਨਹੀਂ। ਮਤਲਬ ਸਾਡੀ ਸੁਸਾਇਟੀ ਦੇ ਵਿੱਚ ਜੇ ਕੋਈ ਅੱਗੇ ਨਸਲ ਵਧਾਉਂਦਾ ਹੈ ਉਸ ਬੰਦੇ ਨੂੰ ਹੀ ਸਵੀਕ੍ਰਿਤੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਹੀਜੜਾਂ ਨੂੰ ਕਿੰਨਰ ਕਿਹਾ ਜਾਂਦਾ ਹੈ। ਕਿੰਨਰ ਭਾਵੇਂ ਜਦੋਂ ਪੜ੍ਹਦੀ ਸੀ ਮੈਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਨਿਵਾਸੀ ਨੇ ਜਿਹੜੇ ਉਹਨਾਂ ਨੂੰ ਵੀ ਕਿੰਨਰ ਕਿਹਾ ਜਾਂਦਾ ਰਿਹਾ। ਹੀਜੜੇ ਜਾਂ ਕਿੰਨਰ ਪਹਿਲਾਂ ਗੱਲ ਕਰ ਚੁੱਕੀ ਹੈ ਜਿਨ੍ਹਾਂ ਦੇ ਜਨਨ ਅੰਗ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋਏ ਹੈਗੇ। ਇਹਦੇ ਵੀ ਅੱਗੇ ਕਈ ਤਰ੍ਹਾਂ ਦੀਆਂ ਸਟੱਡੀਜ਼ ਨੇ ਵੀ ਕਿਵੇਂ ਦੇ ਲੋਕ ਇਹ ਹੁੰਦੇ ਨੇ। 4 ਤਰ੍ਹਾਂ ਦੇ ਹੀਜੜਿਆਂ ਦੀਆਂ ਕਿਸਮਾਂ ਮੰਨੀਆਂ ਜਾਂਦੀਆਂ ਨੇ, ਬੁਚਰਾ, ਨੀਲਿਮਾ, ਮਨਸਾ, ਹੰਸਾ। ਬੁਚਰੇ ਹੀਜੜੇ ਨੇ ਜਿਹੜੇ ਜਨਮਜਾਤ ਤੋਂ ਨਾ ਪੁਰਸ਼ ਹੁੰਦੇ ਨੇ ਤੇ ਨਾ ਹੀ ਇਸਤਰੀ। ਨੀਲਿਮਾ ਕਿਸੇ ਕਾਰਨ ਕਰਕੇ ਆਪਣੇ ਆਪ ਨੂੰ ਹੀਜੜਾ ਬਣਾਉਣ ਲਈ ਸਮਰਪਿਤ ਕਰ ਦਿੰਦੇ ਹਨ। ਮਨਸਾ ਆਪਣੇ ਸਰੀਰ ਦੇ ਕਾਰਨ ਮਾਨਸਿਕ ਰੂਪ ਵਿੱਚ ਆਪਣੇ ਲਿੰਗ ਦੇ ਉਲਟ ਜਾਂ ਜ਼ਿਆਦਾਤਰ ਇਸਤਰੀ ਲਿੰਗ ਦੇ ਰੂਪ ਵਿੱਚ ਆਪਣੇ ਆਪ ਨੂੰ ਜ਼ਿਆਦਾ ਨੇੜੇ ਮਹਿਸੂਸ ਕਰਦੇ ਨੇ। ਹੰਸਾ ਸਰੀਰਕ ਕਮੀ ਦੇ ਕਾਰਨ ਹੀਜੜੇ ਹੁੰਦੇ ਨੇ।
ਇੱਕ ਸਾਡੇ ਖਾਸ ਤੌਰ ਤੇ ਜਦੋਂ ਹੀਜੜਿਆਂ ਦੀ ਗੱਲ ਤੁਰਦੀ ਹੈ ਤਾਂ ਸੁਸਾਇਟੀ ਦੇ ਵਿੱਚ ਇਹ ਗੱਲ ਬਹੁਤ ਆਉਂਦੀ ਆ ਨਕਲੀ ਹੀਜੜਿਆਂ ਦੀ। ਨਕਲੀ ਹੀਜੜਿਆਂ ਨੂੰ ਅਗੂਆ ਕਿਹਾ ਜਾਂਦਾ ਹੈ। ਇਹ ਭਾਵੇਂ ਪੁਰਸ਼ ਹੁੰਦੇ ਨੇ ਪਰ ਧਨ ਦੇ ਲਾਲਚ ਦੇ ਵਿੱਚ ਹੀਜੜਿਆਂ ਦਾ ਸਵਾਂਗ ਆ ਜਿਹੜਾ ਉਹ ਕਰਦੇ ਨੇ, ਤੇ ਜ਼ਿਆਦਾਤਰ ਇਹਦੇ ਸੰਬੰਧ ਦੇ ਵਿੱਚ ਮੇਰੇ ਕੋਲ ਫਿਲਮ ਵੀ ਬਣੀ ਸੀ ਵੀ ਜ਼ਿਆਦਾਤਰ ਇਹ ਲੋਕ ਨੇ ਜਿਹੜੇ ਹੀਜੜਿਆਂ ਦਾ ਸੰਵਾਗ ਕਰਕੇ ਪੈਸੇ ਵਗੈਰਾ ਮੰਗਦੇ ਨੇ। ਜ਼ਬਰਦਸਤੀ ਪਰਿਵਾਰ ਦੀ ਰੰਜਿਸ਼ ਕਰਕੇ ਜਿਹੜੇ ਬਣਾਏ ਜਾਂਦੇ ਨੇ ਹੀਜੜੇ, ਉਹਨਾਂ ਨੂੰ ਸ਼ਿਬਰਾ ਕਿਹਾ ਜਾਂਦਾ। ਹੀਜੜੇ ਅੱਜ ਦੇ ਸਮਾਜ ਦੇ ਵਿੱਚ ਹੀ ਇਹਨਾਂ ਨੂੰ ਅਸਵੀਕ੍ਰਿਤੀ ਨਹੀਂ ਦਿੱਤੀ ਗਈ ਕਾਨੂੰਨੀ ਰੂਪ ਦੇ ਵਿੱਚ। ਅੱਜ ਤਾਂ ਅਸੀਂ ਇਹਨਾਂ ਨੂੰ ਫੇਰ ਸਾਡਾ ਕਾਨੂੰਨ ਸਵੀਕ੍ਰਿਤ ਕਰਦਾ। ਬਸਤੀਵਾਦੀ ਸਮਾਜ ਆ ਜਿਹੜਾ ਸਾਡਾ, ਉਹਦੇ ਵਿੱਚ ਹੀ ਇਸ ਸਮਾਜ ਨੂੰ ਜਿਹੜੀ ਇਸ ਸਮੂਹ ਨੂੰ ਅਸਵੀਕ੍ਰਿਤੀ ਵਿਸ਼ੇਸ਼ ਰੂਪ ਦੇ ਵਿੱਚ ਸਾਡੀ ਅੰਗਰੇਜ਼ ਸਰਕਾਰ ਦੁਆਰਾ ਦਿੱਤੀ ਗਈ। ਉੱਤਰ ਪ੍ਰਦੇਸ਼ ਦੀ ਭੂਰਾ ਮੈਨਪੁਰੀ ਨਾਮ ਦੀ ਇੱਕ ਕਿੰਨਰ ਹੋਈ ਸੀ। ਭੂਰਾ ਮੈਨਪੁਰੀ ਨੇ ਇੱਕ ਬੰਦੇ ਨੂੰ, ਆਪਣੇ ਪ੍ਰੇਮੀ ਨੂੰ ਛੱਡਤਾ ਸੀ, ਉਹਦਾ ਕਿਤੇ ਹੋਰ ਪ੍ਰੇਮ ਸੀ ਤੇ ਭੂਰਾ ਮੈਨਪੁਰੀ ਦੀ ਉਸ ਬੰਦੇ ਨੇ ਹੱਤਿਆ ਕਰ ਦਿੱਤੀ। ਉਹ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਕਿੰਨਰ ਸ਼ਾਸਨ ਕਰਨ ਯੋਗ ਨਹੀਂ ਹੈਗੇ। ਉਹਦੇ ਵਿੱਚ ਜਿਹੜੇ ਵਿਸ਼ਲੇਸ਼ਕ ਸੀ ਉਹਨਾਂ ਨੇ ਸੁਝਾਇਆ ਵੀ ਇਹ ਗੰਦੇ ਨੇ, ਬਿਮਾਰ ਨੇ, ਭੈੜੇ ਸਮੁਦਾਇ ਦੇ ਤੌਰ ਤੇ ਇਹਨਾਂ ਨੂੰ ਪੇਸ਼ ਕਰ ਦਿੱਤਾ। ਜਦੋਂ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਤਾਂ ਕਿੰਨਰਾਂ ਨੂੰ ਸਮਲਿੰਗਕ, ਭਿਖਾਰੀ ਤੇ ਅਪ੍ਰਕਿਰਤਕ ਬੇਸ਼ਬਾਮਾ ਕਿਹਾ ਗਿਆ। ਇਹਨਾਂ ਨੂੰ ਸਮਾਜ ਤੇ ਕਲੰਕ ਘੋਸ਼ਿਤ ਕੀਤਾ ਗਿਆ। ਇੱਕ ਜੱਜ ਦੁਆਰਾ ਇਸ ਸਮੁਦਾਇ ਦੇ ਅਸਤਿਤਵ ਨੂੰ ਬ੍ਰਿਟਿਸ਼ ਸਰਕਾਰ ਲਈ ਨਿਰਾਸ਼ਾਜਨਕ ਦੱਸਿਆ ਗਿਆ। ਇਹਨਾਂ ਨੂੰ ਪੁਰਸ਼ਾਂ ਨਾਲ ਸੈਕਸ ਦੀ ਆਦਤ ਵਾਲੇ ਸਮੁਦਾਇ ਵਜੋਂ ਘੋਸ਼ਿਤ ਕੀਤਾ ਗਿਆ। ਅਧਿਕਾਰੀ ਕਹਿੰਦੇ ਇਹ ਨਾ ਕੇਵਲ ਆਮ ਲੋਕਾਂ ਦੀ ਨੈਤਿਕਤਾ ਲਈ ਉਹ ਖਤਰਾ ਨੇ, ਬਲਕਿ ਰਾਜਨੀਤੀ ਲਈ ਵੀ ਬਹੁਤ ਵੱਡਾ ਖਤਰਾ ਨੇ। ਇੱਕ ਜੈਸਿਕਾ ਹਿੰਕੀ ਨਾਮ ਦੀ ਸਕਾਲਰ ਹੈ ਜਿਹੜੀ ਸਿੰਗਾਪੁਰ ਦੀ ਨਾਈਕਿਆਨ ਟੈਕਨੋਲੋਜੀ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਹੈ। ਉਹਨੇ ਕਿੰਨਰਾਂ ਨਾਲ ਸੰਬੰਧਿਤ ਜਿਹੜੇ ਉਸ ਸਮੇਂ ਦੇ ਅੰਗਰੇਜ਼ਾਂ ਦੇ ਸ਼ਾਸਨ ਕਾਲ ਦੇ ਦਸਤਾਵੇਜ਼ ਨੇ ਉਹਨਾਂ ਤੇ ਸਟੱਡੀ ਕਰਕੇ ਗਵਰਨਿੰਗ ਜੈਂਡਰ ਐਂਡ ਸੈਕਸ਼ੁਅਲਿਟੀ ਇਨ ਕਲੋਨੀਅਲ ਇੰਡੀਆ ਨਾਮ ਦੀ ਪੁਸਤਕ ਦੀ ਰਚਨਾ ਕੀਤੀ ਆ। ਉਹ ਇਹਨਾਂ ਬਾਰੇ ਕਹਿੰਦੀ ਹੈ ਕਿ ਉਹਦੇ ਵਿੱਚ ਦੱਸਿਆ ਵੀ ਜਿਸ ਵਿੱਚ ਇਹਨਾਂ ਕਾਨੂੰਨਾਂ ਦੇ ਇਸ ਸਮੂਹ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਵੀ ਉਹ ਕਾਨੂੰਨ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ ਉਹਨਾਂ ਤੇ ਇਸ ਸਮੂਹ ਉਸ ਕਾਨੂੰਨ ਦਾ ਇਸ ਸਮੂਹ ਤੇ ਕੀ ਪ੍ਰਭਾਵ ਪਿਆ। ਉਹ ਲਿਖਦੀ ਹੈ ਕਿ ਕਿੰਨਰ ਦੀ ਹੱਤਿਆ ਹੋਈ ਸੀ। ਕਹਿੰਦੀ ਕਿੰਨਰ ਦੀ ਹੱਤਿਆ ਹੋਈ ਸੀ ਪਰ ਉਹਦੀ ਮੌਤ ਨੂੰ ਕਿੰਨਰਾਂ ਦੇ ਅਪਰਾਧ ਅਤੇ ਸਮੁਦਾਇ ਦੀ ਅਨੈਤਿਕਤਾ ਨਾਲ ਜੋੜ ਕੇ ਦੇਖਿਆ ਗਿਆ। ਪਰ ਇਹਦੇ ਲਈ ਸਾਰਾ ਕਿੰਨਰ ਸਮੂਹ ਨੂੰ ਜਿਹੜਾ ਦੋਸ਼ੀ ਉਹ ਠਹਿਰਾ ਦਿੱਤਾ ਗਿਆ। ਕਿੰਨਰ ਸਮਾਜ ਨੂੰ 1871 ਫਿਰ ਕਾਨੂੰਨ ਬਣਾ ਦਿੱਤਾ ਜਾਂਦਾ। 60 ਤੋਂ ਲੈ ਕੇ 71 ਤੱਕ ਇਹ ਚੱਲਦਾ ਰਹਿੰਦਾ ਹੈ। ਅਪਰਾਧੀ ਸਮੁਦਾਇ ਨੂੰ ਮੰਨ ਲਿਆ ਜਾਂਦਾ ਤੇ ਸਮਾਜ ਦੇ ਵਿੱਚੋਂ ਮੂਲ ਧਾਰਾ ਦੇ ਵਿੱਚੋਂ ਉਸ ਸਮੇਂ ਦੇ ਵਿੱਚ ਬਸਤੀਵਾਦੀ ਸਮਾਜ ਦੁਆਰਾ ਸਮਾਜ ਦੀ ਮੂਲ ਧਾਰਾ ਦੇ ਵਿੱਚੋਂ ਇਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਿੰਨਰਾਂ ਨੂੰ ਅਪਰਾਧੀ ਸੈਕਸ਼ੂਅਲੀ ਵਰਕਰ ਮੰਨ ਲਿਆ ਜਾਂਦਾ ਹੈ। ਪੁਲਿਸ ਬਹੁਤ ਵਿਸ਼ੇਸ਼ ਨਿਗਰਾਨੀ ਰੱਖਦੀ ਆ ਵੀ ਇਹ ਕੋਈ ਕੱਪੜੇ ਨਾ ਪਾਉਣ ਔਰਤਾਂ ਨੇ ਜਾਂ ਕੋਈ ਸਮਾਜ ਦੇ ਵਿੱਚ ਜਿਹੜੀ ਜਾਗਰੂਕ ਉਹਦੇ ਵਿੱਚ ਸ਼ਾਮਿਲ ਨਾ ਹੋਣ। ਇਸ ਸਮੇਂ ਉਹਨਾਂ ਨੂੰ ਔਰਤਾਂ ਵਾਲੇ ਕੱਪੜੇ ਪਹਿਨਣ, ਨੱਚਣ ਗਾਉਣ ਆਦਿ ਤੇ ਜੁਰਮਾਨਾ ਲਗਾਇਆ ਜਾਂਦਾ ਹੈ, ਜੇਲ੍ਹ ਭੇਜਿਆ ਜਾਂਦਾ ਹੈ। ਇਸ ਸਮੇਂ ਦੌਰਾਨ ਇਸ ਸਮੂਹ ਨੇ ਇਹਨਾਂ ਨੇ ਫਿਰ ਇਹ ਪਟੀਸ਼ਨਾਂ ਵੀ ਦਾਇਰ ਕਰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਸਾਨੂੰ ਘੱਟੋ ਘੱਟ ਨੱਚਣ ਗਾਉਣ ਜਾਂ ਹੋਰ ਕੰਮ ਕਰਨ ਦੀ ਸਾਨੂੰ ਆਗਿਆ ਦਿੱਤੀ ਜਾਵੇ। ਇਸ ਸਮੇਂ ਦੌਰਾਨ ਅਧਿਕਾਰੀਆਂ ਨੇ ਕਿੰਨਰਾਂ ਦੇ ਕੋਲ ਜਿਹੜੇ ਛੋਟੇ ਬੱਚੇ ਰਹਿੰਦੇ ਸੀ ਉਹਨਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣਾ ਸ਼ੁਰੂ ਕਰਤਾ ਤਾਂ ਜੋ ਬੱਚਿਆਂ ਨੂੰ ਬਦਨਾਮੀ ਭਰੇ ਜੀਵਨ ਤੋਂ ਮੁਕਤ ਕਰਾਇਆ ਜਾ ਸਕੇ। ਇਹਨਾਂ ਵਿੱਚ ਬੱਚੇ ਕਿਹੜੇ ਹੁੰਦੇ ਸੀ? ਉਹ ਜਾਂ ਤਾਂ ਅਨਾਥ ਬੱਚੇ ਹੁੰਦੇ ਸੀ ਜਾਂ ਉਹ ਬੱਚੇ ਹੁੰਦੇ ਸੀ ਜਿਹੜੇ ਬੱਚਿਆਂ ਨੂੰ ਇਹ ਗੋਦ ਲੈਂਦੇ ਸੀ, ਜਾਂ ਕੁਝ ਲੋਕ ਕਿੰਨਰਾਂ ਨੂੰ ਵਿਸ਼ੇਸ਼ ਮੰਨਦੇ ਹੋਏ ਸੰਗੀਤਕਾਰੀ ਦੇ ਖੇਤਰ ਦੇ ਵਿੱਚ ਆਪਣੇ ਬੱਚਿਆਂ ਨੂੰ ਉਹਨਾਂ ਕੋਲ ਛੱਡਦੇ ਸੀ, ਪਰ ਉਹ ਸਾਰੇ ਬੱਚਿਆਂ ਨੂੰ ਕੰਟਰੋਲ ਦੇ ਵਿੱਚ ਕਰ ਲੈਂਦੇ ਸੀ। ਡਾਕਟਰ ਹਿੱਕੀ ਕਹਿੰਦੀ ਆ ਇਹਦਾ ਮੂਲ ਮਕਸਦ ਸੀ ਜਿਹੜਾ ਉਹ ਹੀਜੜਿਆਂ ਦੇ ਅਸਤਿਤਵ ਨੂੰ ਮਿਟਾਉਣਾ ਸੀ। ਇਸ ਕਾਲੇ ਦੌਰ ਵਿੱਚ ਹੀਜੜਿਆਂ ਨੇ ਆਪਣੇ ਅਸਤਿਤਵ ਨੂੰ ਬਚਾਉਣ ਲਈ ਸੰਘਰਸ਼ ਕੀਤਾ। ਡਾਕਟਰ ਹਿੱਕੀ ਅਨੁਸਾਰ ਉਹ ਕਾਨੂੰਨ ਤੋੜਨ, ਪੁਲਿਸ ਨੂੰ ਚਕਮਾ ਦੇਣ ਤੇ ਲਗਾਤਾਰ ਘੁੰਮਣ ਵਿੱਚ ਨਿਪੁੰਨ ਹੋ ਗਏ। ਇਸ ਦੇ ਨਾਲ ਉਹ ਆਪਣੀ ਸੰਪત્ਤੀ ਵੀ ਸੰਭਾਲਣ ਵਿੱਚ ਤੇਜ਼ ਹੋ ਗਏ, ਜਿਹੜੇ ਗੁਣ ਅਸੀਂ ਅੱਜ ਕੱਲ੍ਹ ਹੀਜੜਿਆਂ ਦੇ ਵਿੱਚ ਦੇਖ ਰਹੇ ਹਾਂ। ਅੰਗਰੇਜ਼ਾਂ ਨੇ ਤਾਂ ਬਸਤੀਵਾਦੀ ਸਮਾਜ 1870 ਦੇ ਵਿੱਚ ਫੈਸਲਾ ਕਰਦੇ ਨੇ, ਉੱਥੇ ਜਾ ਕੇ ਇੰਗਲੈਂਡ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ ਉਹਨਾਂ ਨੂੰ ਸਵੀਕ੍ਰਿਤੀ ਦੇਤੀ। ਸਤਿਆਨੰਦ ਜੈਤੇ ਦਾ ਦੇ ਸੰਬੰਧ ਦੇ ਵਿੱਚ ਇੱਕ ਸ਼ੋਅ ਵੀ ਹੈ ਵੀ ਉਹ ਆਪਣੇ ਸਮਾਜ ਦੇ ਵਿੱਚ ਜਾ ਕੇ ਕਾਨੂੰਨ ਨੂੰ ਖਤਮ ਕਰ ਦਿੰਦੇ ਨੇ। ਪਰ ਭਾਰਤ ਦੇ ਵਿੱਚ ਉਸ ਸਮੇਂ ਤੋਂ ਲੜਦੇ 2014 ਤੱਕ ਦੀ ਲੜਾਈ ਇਹ ਜਿਹੜੀ ਹਾਸ਼ੀਆ ਕ੍ਰਿਤ ਧਿਰ ਆ ਉਹ ਲੜਦੀ ਆ। ਉਸ ਤੋਂ ਬਾਅਦ
ਫਿਰ ਇਹਨਾਂ ਸਾਰੀਆਂ ਪਛਾਣਾਂ ਦੇ ਵਿੱਚ ਹੋਰ ਲਿੰਗਕ ਪਛਾਣਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ। ਲਗਾਤਾਰ ਲੜਾਈ ਤੋਂ ਬਾਅਦ 6 ਸਤੰਬਰ 2018 ਨੂੰ ਸੁਪਰੀਮ ਕੋਰਟ ਦਾ ਇੱਕ ਹੋਰ ਫੈਸਲਾ ਆਉਂਦਾ ਹੈ, ਜਿਹਦੇ ਵਿੱਚ ਜਿਹੜੀ ਇਹਨਾਂ ਤੇ 377 ਧਾਰਾ ਲੱਗੀ ਵੀ ਸੀ ਇੰਡੀਅਨ ਪੀਨਲ ਕੋਡ ਦੀ, ਉਹ ਖਤਮ ਕਰ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਜਿਹੜੀਆਂ ਸਮੂਹ ਜਿਹੜੀਆਂ ਲਿੰਗਕ ਪਛਾਣਾਂ ਨੇ, ਬੇਸ਼ੱਕ ਉਹ ਟਰਾਂਸਜੈਂਡਰ ਨਾਲ ਸੰਬੰਧਿਤ ਨੇ, ਬੇਸ਼ੱਕ ਉਹ ਦੂਜੀਆਂ ਪਛਾਣਾਂ ਨੇ, ਉਹਨਾਂ ਸਾਰੀਆਂ ਨੂੰ ਅਹਿਮੀਅਤ ਆ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ। ਉਹੀ ਗੱਲ ਵੀ ਇਹਨਾਂ ਨੂੰ ਕਾਨੂੰਨ ਤਾਂ ਕਹਿੰਦਾ ਵੀ ਤੁਹਾਨੂੰ ਪੂਰੀ ਪ੍ਰਵਾਨਗੀ ਆ, ਪਰ ਕੀ ਸਮਾਜ ਇਹਨੂੰ ਮੰਨਣ ਨੂੰ ਤਿਆਰ ਹੈ। ਜਿੰਨੀਆਂ ਵੀਡੀਓਜ਼ ਮੈਂ ਦੇਖ ਰਹੀ ਸੀ, ਉਹਨਾਂ ਸਾਰੀਆਂ ਵੀਡੀਓਜ਼ ਦੇ ਵਿੱਚ ਜਿਹੜੀਆਂ ਇਹਨਾਂ ਨਾਲ ਖਬਰਾਂ ਨਾਲ ਵੀ ਸੰਬੰਧਿਤ ਨੇ, ਉਹਨਾਂ ਖਬਰਾਂ ਦੇ ਹੇਠਾਂ ਵੀ ਆਮ ਲੋਕਾਂ ਵੱਲੋਂ ਇਹਨੇ ਗਲਤ ਕਮੈਂਟ ਕੀਤੇ ਹੋਏ ਨੇ ਵੀ ਇਹਨਾਂ ਨੂੰ ਇਹ ਲੱਗਦਾ ਵੀ ਕੋਈ ਵੀ ਬੰਦਾ ਬਹੁਤ ਦੋ ਚਾਰ ਥੋੜੇ ਕਮੈਂਟ ਮਿਲਦੇ ਨੇ ਜਿਹੜੇ ਇਹਨਾਂ ਨੂੰ ਸਵੀਕ੍ਰਿਤੀ ਦਿੰਦੇ ਨੇ, ਅਦਰਵਾਈਜ਼ ਇਹਨਾਂ ਦੀ ਹੋਂਦ ਨੂੰ ਠੀਕ ਨਹੀਂ ਮੰਨਿਆ ਜਾਂਦਾ ਕਿ ਜਿਹੜੇ ਸਮਾਜ ਤੋਂ ਬਿਨਾਂ ਜਿਹੜੀਆਂ ਬਾਕੀ ਧਿਰਾਂ ਨੇ। ਜਿਹੜਾ ਭਾਰਤ ਦਾ ਜਦੋਂ ਅਸੀਂ ਦੇਖਦੇ, ਭਾਰਤ ਦੇ ਕੋਈ ਫਿਲਮ ਦੇ ਵਿੱਚ ਜਾਂ ਕੋਈ ਅਕਾਦਮਿਕ ਖੇਤਰ ਦੇ ਵਿੱਚ ਜਾਂ ਕੋਈ ਮੀਡੀਆ ਦੇ ਖੇਤਰ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਮੌਕੇ ਨੇ ਜਿਹੜੇ ਉਹ ਨਸੀਬ ਨਹੀਂ ਹੁੰਦੇ। ਜਦੋਂ ਕਿ ਇਹਨਾਂ ਦਾ ਇੱਕ ਵੱਡਾ ਜਿਹੜਾ ਜਨ ਸਮੂਹ ਮੌਜੂਦ ਆ, 2011 ਦੀ ਜਨਗਣਨਾ ਜਿਹੜੀ, ਉਹਦੇ ਅਨੁਸਾਰ ਪੂਰੇ ਭਾਰਤ ਵਿੱਚ 4.9 ਲੱਖ ਕਿੰਨਰ ਨੇ ਜਿਹੜੇ, ਜਿਨ੍ਹਾਂ ਵਿੱਚੋਂ 37,000 ਉੱਤਰ ਪ੍ਰਦੇਸ਼ ਵਿੱਚ ਹੀ ਨੇ। ਹੁਣ ਪੰਜਾਬੀ ਸਾਹਿਤ ਦੇ ਪੱਖੋਂ ਨਹੀਂ, ਜਦੋਂ ਮੈਂ ਅਬਸਟ੍ਰੈਕਟ ਦਿੱਤਾ ਸੀ ਤਾਂ ਮੇਰਾ ਮੂਲ ਮਕਸਦ ਇਹੀ ਸੀ ਵੀ ਕਿੰਨਰਾਂ ਨਾਲ ਸੰਬੰਧਿਤ ਜਿਹੜੀ, ਕਿਉਂਕਿ ਮੈਂ ਭਾਸ਼ਾ ਦੇ ਪੱਖ ਨੂੰ ਦੇਖਣਾ ਸੀ, ਭਾਸ਼ਾ ਨਾਲ ਸੰਬੰਧਿਤ ਜਾਣਕਾਰੀ ਹੈ ਜਿਹੜੀ ਉਹ ਪੰਜਾਬੀ ਸਾਹਿਤ ਦੇ ਵਿੱਚੋਂ ਮਿਲ ਜਾਵੇ। ਪਰ ਪੰਜਾਬੀ ਸਾਹਿਤ ਦੇ ਵਿੱਚ ਪਹਿਲਾਂ ਤਾਂ ਬਹੁਤ ਜ਼ਿਆਦਾ ਸਾਹਿਤ ਜਾਂ ਬਹੁਤ ਜ਼ਿਆਦਾ ਲਿਖਤਾਂ ਪੰਜਾਬੀ ਦੇ ਵਿੱਚ ਨਹੀਂ ਮਿਲਦੀਆਂ, ਕਿਉਂਕਿ 2014 ਤੋਂ ਪਹਿਲਾਂ ਉਸ ਰੂਪ ਦੇ ਵਿੱਚ ਇਸ ਧਿਰ ਨੂੰ ਸਵੀਕ੍ਰਿਤੀ ਨਹੀਂ ਮਿਲੀ ਹੈਗੀ। 3-4 ਲਿਖਤਾਂ ਸਾਹਮਣੇ ਆਈਆਂ ਨੇ। ਜਸਵੀਰ ਰਾਣਾ ਨੇ ਕਹਾਣੀ ਸੰਗ੍ਰਹਿ 2014 ਤੋਂ ਬਾਅਦ ਸੰਪਾਦਿਤ ਕੀਤਾ ਸੀ, ਕਿੰਨਰਾਂ ਦਾ ਵੀ ਦਿਲ ਹੁੰਦਾ ਹੈ। ਕਿਰਪਾਲ ਕਜ਼ਾਕ ਦਾ ਨਾਟਕ ਲਿਖਿਆ ਹੋਇਆ ਅਗਨ ਕਥਾ, ਇਹਨਾਂ ਵਿੱਚ ਜਿਹੜੇ ਕਿੰਨਰ ਨੇ ਜਾਂ ਜਿਹੜੀਆਂ ਲਿੰਗਕ ਪਛਾਣਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੋਇਆ। ਹਰਪਿੰਦਰ ਰਾਣਾ ਦਾ ਨਾਵਲ ਹੈ ਕੀ ਜਾਣਾ ਮੈਂ ਕੌਣ, ਮੇਰੇ ਖਿਆਲ ਦੇ ਵਿੱਚ ਰਾਣਾ ਦਾ ਨਾਵਲ ਹੀ ਹੈ ਜਿਹੜਾ ਸਭ ਤੋਂ ਵੱਧ ਇਸ ਇਸ਼ੂ ਨੂੰ ਇਹਦੀ ਰਿਸਰਚ ਕਰਕੇ ਉਹਦੇ ਬੇਸ ਤੇ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਕਾਫੀ ਜ਼ਿਆਦਾ ਗੱਲ ਹੈ ਜਿਹੜੀ ਇਹਦੀ ਇਤਿਹਾਸਿਕ ਪਿਛੋਕੜ ਤੋਂ ਕੀਤੀ ਜਾਂਦੀ ਹੈ। ਜਸਵੀਰ ਰਾਣਾ ਉਹਨਾਂ ਨੇ ਸਿਰਫ 25 ਕਹਾਣੀਆਂ ਜਿਹੜੀਆਂ ਇਸ ਵਿਸ਼ੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਸੰਪਾਦਿਤ ਕੀਤਾ ਹੈ, ਤੇ ਜਿਹੜਾ ਅਗਨ ਕਥਾ ਹੈ ਉਹ ਖੇਡੇ ਜਾਣ ਦੇ ਮਕਸਦ ਨਾਲ ਕਿਰਪਾਲ ਕਜ਼ਾਕ ਦੁਆਰਾ ਲਿਖਿਆ ਜਾਂਦਾ ਹੈ। ਮੈਂ ਕਿਉਂਕਿ ਇਹਦੀ ਭਾਸ਼ਾ ਨੂੰ ਦੇਖਣਾ ਸੀ ਤਾਂ ਇਹਨਾਂ ਵਿੱਚੋਂ ਜਿਹੜਾ ਕਿਰਪਾਲ ਕਜ਼ਾਕ ਦਾ ਨਾਟਕ ਹੈ ਅਗਨ ਕਥਾ ਹਿੰਦੀ ਦੇ ਵਿੱਚ, ਹਿੰਦੀ ਇਹਦੀ ਸੂਰਤ ਤੇ ਇਹਨੂੰ ਸਿਰਫ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਹੋਇਆ, ਤੇ ਗੁਰਮੁਖੀ ਲਿਪੀ ਦੇ ਵਿੱਚ ਹਿੰਦੀ ਰੂਪ ਇਹਦਾ ਪੇਸ਼ ਹੁੰਦਾ। ਤੇ ਇਹਦਾ ਕਾਰਨ ਕਿਰਪਾਲ ਕਜ਼ਾਕ ਦੱਸਦੇ ਨੇ ਕਿ ਕਿਉਂਕਿ ਇਹ ਪੂਰੇ ਭਾਰਤ ਦੇ ਵਿੱਚ ਖੇਡਿਆ ਜਾਣਾ ਸੀ, ਪੂਰੇ ਭਾਰਤ ਦੇ ਵਿੱਚ ਕਿੰਨਰਾਂ ਦੀ ਜ਼ਿੰਦਗੀ ਨੂੰ ਪੇਸ਼ ਕਰਨ ਲਈ ਹਿੰਦੀ ਭਾਸ਼ਾ ਹੀ ਸਹੀ ਭਾਸ਼ਾ ਹੈ ਜਿਹੜੀ ਉਹ ਮੰਨੀ ਜਾਂਦੀ ਹੈ। ਜਸਵੀਰ ਰਾਣਾ ਨੇ ਕਿਉਂਕਿ ਸੰਪਾਦਿਤ ਕੀਤੀਆਂ ਨੇ, ਉਹਨਾਂ ਸਾਰੀਆਂ ਕਹਾਣੀਆਂ ਦਾ ਸਰੂਪ ਹੈ ਜਿਹੜਾ ਉਹ ਪੰਜਾਬੀ ਭਾਸ਼ੀ ਆ। ਹਰਪਿੰਦਰ ਰਾਣਾ ਦੇ ਜਦੋਂ ਕਿੰਨਰਾਂ ਦੇ ਸੰਬੰਧ 'ਚ ਸਰਚ ਕਰਦੇ ਵਿੱਚ ਪਤਾ ਲੱਗਿਆ ਵੀ ਕਿੰਨਰ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਵਿੱਚ ਕੋਡ ਭਾਸ਼ਾ ਹੈ ਜਾਂ ਜਿਹੜੀ ਗੁਪਤ ਭਾਸ਼ਾ ਉਹ ਪਾਈ ਜਾਂਦੀ ਹੈ। ਉਹ ਸਾਡੇ ਨਾਲ ਜਾਂ ਸਾਡੇ ਘਰਾਂ ਦੇ ਵਿੱਚ ਆਉਂਦੇ ਹੋਏ ਵੱਖਰੀ ਤਰ੍ਹਾਂ ਨਾਲ ਗੱਲ ਕਰਨਗੇ, ਪਰ ਜਦੋਂ ਉਹ ਆਪਸ ਦੇ ਵਿੱਚ ਸਮੂਹਾਂ ਦੇ ਵਿੱਚ ਆਪਸੀ ਗੱਲ ਕਰਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਭਾਸ਼ਾ ਨੂੰ ਦੂਜੇ ਲੋਕਾਂ ਤੋਂ, ਜਿਹੜੇ ਆਮ ਲੋਕ ਨੇ ਉਹਨਾਂ ਤੋਂ ਲੁਕਾਉਣਾ ਹੈ, ਉਹ ਇੱਕ ਗੁਪਤ ਭਾਸ਼ਾ ਦਾ ਪ੍ਰਚਲਨ ਹੈ ਜਿਹੜਾ ਉਹ ਕਰ ਲੈਂਦੇ ਨੇ। ਪਰ ਪੰਜਾਬੀ ਦੀ ਕਿਸੇ ਵੀ ਲਿਖਤ ਦੇ ਵਿੱਚ ਮੈਨੂੰ ਉਹ ਗੁਪਤ ਭਾਸ਼ਾ ਦੇ ਚਿੰਨ੍ਹ ਨੇ ਜਿਹੜੇ ਨਹੀਂ ਮਿਲੇ। ਇਹਦੇ ਸੰਬੰਧ ਦੇ ਵਿੱਚ ਕਿਉਂਕਿ ਹਰਪਿੰਦਰ ਰਾਣਾ ਨੇ ਖੋਜ ਕਰਕੇ ਲਿਖਿਆ ਸੀ, ਜਦੋਂ ਮੈਂ ਹਰਪਿੰਦਰ ਰਾਣਾ ਹੋਰਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੀ ਵੀ ਮੈਨੂੰ ਕੁਝ ਸ਼ਬਦ ਪਤਾ ਵੀ ਸੀਗੇ, ਪਰ ਉਹਨਾਂ ਦੀ ਸ਼ਬਦਾਵਲੀ ਬਹੁਤ ਜ਼ਿਆਦਾ ਅਸ਼ਲੀਲ ਹੋਣ ਕਰਕੇ ਤੇ ਜ਼ਿਆਦਾਤਰ ਉਹ ਆਪਣਾ ਦਿੰਦੇ ਨਹੀਂ ਇਸ ਸ਼ਬਦਾਵਲੀ ਨੂੰ, ਇਸ ਕਰਕੇ ਮੈਂ ਇਹਨੂੰ ਨਾਵਲ ਦੇ ਵਿੱਚ ਪੇਸ਼ ਨਹੀਂ ਕਰ ਸਕਦੀ। ਕਿਉਂਕਿ ਜ਼ਿਆਦਾਤਰ ਇਹ ਲੱਗਦਾ ਹੈ ਵੀ ਉਹ ਜ਼ਿਆਦਾਤਰ ਜਿਹੜੇ ਕਿੰਨਰ ਲੋਕ ਨੇ ਉਹ ਜ਼ਿਆਦਾਤਰ ਹਿੰਦੀ ਨੂਮਾ ਭਾਸ਼ਾ ਦੀ ਵਰਤੋਂ ਕਰਦੇ ਨੇ, ਕਿਉਂਕਿ ਲਿਖਤਾਂ ਦੇ ਵਿੱਚ ਪੰਜਾਬੀ ਲਿਖਤਾਂ ਇਹ ਕਹਿ ਰਹੀਆਂ ਨੇ। ਜਿਹੜੀ ਹਰਪਿੰਦਰ ਰਾਣਾ ਦਾ ਨਾਵਲ ਹੈ ਉਹਦੇ ਵਿੱਚ ਜਦੋਂ ਉਹ ਆਪਸੀ ਉਹਨਾਂ ਦੇ ਸੰਵਾਦ ਵੀ ਕਰਾਉਂਦੀ ਆ ਤਾਂ ਉਹ ਹਿੰਦੀ ਭਾਸ਼ਾ ਦੇ ਵਿੱਚ ਹੀ ਕਰਾਉਂਦੀ ਆ। ਅਗਨ ਕਥਾ ਤਾਂ ਹੈ ਹੀ ਹਿੰਦੀ ਦੇ ਵਿੱਚ, ਜ਼ਿਆਦਾਤਰ ਹਿੰਦੀ ਨੂਮਾ ਭਾਸ਼ਾ ਦੀ ਉਹ ਵਰਤੋਂ ਨੇ ਜਿਹੜੇ ਕਰਦੇ ਆ ਰਹੇ ਨੇ। ਪਰ ਇਹਦੇ ਪੱਖੋਂ ਸਟੇਟ ਲੈਵਲ ਤੇ ਵੀ ਫਰਕ ਹੋ ਸਕਦਾ ਦੱਖਣ ਦੇ ਵਿੱਚ ਰਹਿਣ ਵਾਲੇ ਕਿ ਜਿਹੜੇ, ਕਿਉਂਕਿ ਉੱਥੇ ਤਾਂ ਹਿੰਦੀ ਹੈ, ਉੱਥੇ ਵੱਖਰੀ ਤਰ੍ਹਾਂ ਦੀ ਭਾਸ਼ਾ। ਭਾਰਤ ਦੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਹ ਬਹੁਤ ਵੱਡਾ ਵਿਸ਼ਾ ਹੈ। ਇਹਦੀ ਅਗਲੇ ਪੱਧਰ ਦੇ ਪੱਖ ਤੋਂ, ਭਾਸ਼ਾ ਦੇ ਪੱਖ ਤੋਂ ਵੱਡੀ ਖੋਜ ਹੈ ਜਿਹੜੀ ਉਹ ਹੋ ਸਕਦੀ ਹੈ ਵੀ ਉਹ ਕਿਹੋ ਜਿਹੀ ਭਾਸ਼ਾ, ਕਿਉਂਕਿ ਜਦੋਂ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਉਹਨਾਂ ਨਾਲ ਸੰਪਰਕ ਕਰ ਸਕਾਂ
ਉਸ ਸਮੂਹ ਦੇ ਵਿੱਚ ਐਂਟਰ ਕਰਨਾ ਬਹੁਤ ਜ਼ਿਆਦਾ ਔਖਾ ਕੰਮ ਆ। ਮੈਂ 2-3 ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਫੋਨ ਤੇ ਗੱਲ ਕਰਦਿਆਂ ਵੀ ਉਹ ਕੋਈ ਤੁਹਾਨੂੰ ਜਵਾਬ ਨਹੀਂ ਦਿੰਦੇ, ਕੋਈ ਤੁਹਾਨੂੰ ਮਿਲਣ ਲਈ ਹਾਮੀ ਨਹੀਂ ਭਰਦੇ। ਹਰਪਿੰਦਰ ਰਾਣਾ ਕਹਿੰਦੀ ਨਹੀਂ ਮੈਂ ਵੀ ਨਹੀਂ ਮਿਲਾ ਸਕਦੀ। ਉਹਨਾਂ ਨੂੰ ਮਿਲਣਾ, ਉਹਨਾਂ ਵਿੱਚ ਐਂਟਰ ਕਰਨਾ ਖਾਸਾ ਔਖਾ, ਜਿਹਨੂੰ ਅਸੀਂ ਮੁੱਖ ਧਾਰਾ ਕਹਿੰਦੇ ਆ, ਉਸ ਮੁੱਖ ਧਾਰਾ ਦੇ ਲੋਕਾਂ ਲਈ ਕਾਫੀ ਔਖਾ ਕੰਮ ਆ। ਫਿਰ ਵੀ ਕੁਝ ਸ਼ਬਦ ਨੇ ਜਿਹੜੇ ਉਹ ਮੈਨੂੰ ਪ੍ਰਾਪਤ ਹੋਏ ਨੇ, ਜਿਵੇਂ ਉਹ ਕੁੜੀ ਨੂੰ ਲੋਰੀ ਕਹਿੰਦੇ ਨੇ, ਚੁੱਪ ਕਰ ਜਾ ਨੂੰ ਕੜੋ ਕੜਾਜੋ ਕਹਿੰਦੇ ਨੇ, ਮਹਿਬੂਬ ਨੂੰ ਗਿਰੀਏ, ਬੇਟਾ ਨੂੰ ਦਿੱਕਰਾ, ਦਿੱਕਰੀ ਬੇਟੀ ਨੂੰ ਕਹਿੰਦੇ ਨੇ। ਇਹ ਤਾਂ ਹੈ ਵੀ ਕਿਉਂਕਿ ਪੰਜਾਬੀ ਸਾਹਿਤ ਵਿੱਚ ਇਸ ਸਾਰੇ ਦੇ ਪੱਖ ਤੋਂ ਤੁਸੀਂ ਸਾਰੇ ਨੌਜਵਾਨ ਬੈਠੇ ਹੋ, ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਇਤਿਹਾਸਿਕ ਤੇ ਗਿਆਨ ਭਰਪੂਰ ਲਿਖਤ ਦੀ ਘਾਟ ਹਾਲੇ ਵੀ ਰੜਕਦੀ ਆ। ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਆ ਜਿਹੜਾ ਉਹ ਕੀਤਾ ਜਾ ਸਕਦਾ ਹੈ, ਕਿਉਂਕਿ ਮਈ ਅਗਸਤ ਦਾ ਹੁਣ ਦੇ ਸੰਪਾਦਕੀ ਅੰਗ 'ਚ ਸੁਸ਼ੀਲ ਦੋਸਾਂਝ ਲਿਖਦੇ ਨੇ, ਮਨੁੱਖੀ ਜਾਮੇ ਵਿੱਚ ਮਰਦ ਅਤੇ ਔਰਤ ਤੋਂ ਬਾਅਦ ਕੋਈ ਤੀਸਰਾ ਵੀ ਇਸ ਧਰਤੀ ਤੇ ਵਿਚਰ ਸਕਦਾ ਹੈ। ਸਾਡਾ ਸਮਾਜ ਇਸ ਨੂੰ ਕਿਆਸਣ ਲਈ ਵੀ ਤਿਆਰ ਨਹੀਂ। ਭਾਰਤੀ ਸਮਾਜ ਤਾਂ ਫਿਰ ਰੂੜੀਆਂ ਤੇ ਚੱਲਦਾ ਹੈ। ਹੋਰ ਤਾਂ ਹੋਰ ਜਿਸ ਸਾਹਿਤ ਨੇ ਸਾਰੀਆਂ ਰੂੜੀਆਂ ਨੂੰ ਖਾਰਜ ਕਰਦਿਆਂ ਸਿਹਤਮੰਦ ਸਮਾਜ ਸਿਰਜਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੁੰਦੀ ਹੈ, ਉਸਨੇ ਵੀ ਕਿੰਨਰ ਸਮਾਜ ਨਾਲ ਸੰਵਾਦ ਰਚਾਉਣ ਦਾ ਕੋਈ ਵੱਜਵਾਂ ਯਤਨ ਹਾਲੇ ਤੱਕ ਨਹੀਂ ਰੰਭਿਆ। ਇਸ ਕਰਕੇ ਲਿਖਤਾਂ ਦੀ ਘਾਟ ਅਜੇ ਇਸ ਪੱਖੋਂ ਵੱਡੇ ਪੱਧਰ ਤੇ ਆਉਂਦੀ ਹੈ। ਪਾਕਿਸਤਾਨ ਦੇ ਵਿੱਚ ਮੈਨੂੰ ਇੱਕ ਕੰਮ ਹੋਇਆ ਵਾ ਮਿਲਿਆ, ਥਰਡ ਜੈਂਡਰ ਉਹਦਾ ਨਾਮ ਆ, ਤੀਸਰੀ ਜਿਨਸ ਦੇ ਰੂਪ ਦੇ ਵਿੱਚ ਅਖਤਰ ਹੁਸੈਨ ਬਲੋਚ ਹੋਰਾਂ ਦਾ ਕੰਮ ਆ, ਜਿਹਨੂੰ ਹਰਬੰਸ ਸਿੰਘ ਧੀਮਾਨ ਨੇ ਪੰਜਾਬੀ ਦੇ ਵਿੱਚ ਸੰਗਮੂਰੇ ਨੇ ਕਿਤਾਬ ਛਾਪੀ ਆ, ਅਨੁਵਾਦ ਕੀਤਾ। ਪਾਕਿਸਤਾਨ ਉਹਨਾਂ ਨੇ ਇਸ ਕਾਰਜ ਦੇ ਵਿੱਚ ਪੂਰੀ ਖੋਜ ਭਰਪੂਰ ਹੀਜੜਿਆਂ ਦੀ ਜ਼ਿੰਦਗੀ ਨੂੰ ਇਤਿਹਾਸਿਕ ਤੇ ਸਮਕਾਲੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ। ਇਹਦੇ ਨਾਲ 100 ਦੇ ਲਗਭਗ ਹੀਜੜਿਆਂ ਦੀਆਂ ਇੰਟਰਵਿਊਜ਼ ਲਈਆਂ ਨੇ, ਮਹੱਤਵਪੂਰਨ ਇੰਟਰਵਿਊਜ਼ ਉਸ ਕਿਤਾਬ ਦੇ ਵਿੱਚ ਛਾਪੀਆਂ ਵੀ ਹੋਈਆਂ ਨੇ। ਔਰ ਸਭ ਤੋਂ ਵੱਡੀ ਗੱਲ ਜਿਹੜੀ, ਕਿਉਂਕਿ ਮੈਂ ਭਾਸ਼ਾ ਨੂੰ ਦੇਖ ਰਹੀ ਸੀ, ਕੋਡ ਭਾਸ਼ਾ ਵੱਡੇ ਪੱਧਰ ਤੇ ਹੀਜੜਿਆਂ ਦੁਆਰਾ ਵਰਤੀ ਗਈ ਹੈ, ਜਿਹੜੀ ਉਹ ਉਹਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਜਿਵੇਂ ਉਹਨਾਂ ਦੁਆਰਾ ਇਕੱਤਰ ਕੀਤੀ ਸ਼ਬਦਾਵਲੀ, ਚਮਕ, ਨੱਚਣਾ, ਫਰਕਾ, ਜਨਾਨਾ ਕੱਪੜੇ ਪਾਉਣਾ, ਰੀਝ ਕੇ ਬਾਲ, ਦਰਸ਼ਨ ਲੈਣਾ, ਵਾਲ ਪੁੱਟਣੇ, ਹੱਥ ਫੜਨਾ, ਖਾਸ ਸਮੇਂ ਤੱਕ ਆਸ਼ਕ ਨਾਲ ਰਹਿਣਾ, ਲੋਰੀ, ਆਪਣੇ ਵੀ ਲੜਕੀ ਆ। ਇੱਕ ਜਦੋਂ ਮੈਂ ਗੱਲ ਕਰ ਰਹੀ ਸੀ ਫੋਨ ਤੇ ਇੱਕ ਹੀਜੜੇ ਨਾਲ, ਤਾਂ ਉਹ ਜਦੋਂ ਮੈਂ ਉਹਨੂੰ ਕਿਹਾ ਵੀ ਚੱਲ ਤੂੰ ਮੈਨੂੰ ਨਾਂ ਦੱਸ ਵੀ ਤੇਰੇ ਨਾ ਸ਼ਬਦ ਤੁਸੀਂ ਕੀ ਬੋਲਦੇ ਹੋ, ਤੁਸੀਂ ਕਿਹੜੀ ਕੋਡ ਭਾਸ਼ਾ ਬੋਲਦੇ ਹੋ, ਮੈਂ ਤੈਨੂੰ ਕੁਝ ਸ਼ਬਦ ਬੋਲਦੀ ਹਾਂ, ਤੂੰ ਮੈਨੂੰ ਦੱਸਦੀ ਕਿ ਤੁਸੀਂ ਇਹ ਵਰਤਦੇ ਹੋ। ਮੈਂ ਪਾਕਿਸਤਾਨ ਵਾਲੇ ਸ਼ਬਦ ਬੋਲੇ। ਉਹਨੇ ਮੈਨੂੰ ਹੱਸ ਕੇ ਜਵਾਬ ਦਿੱਤਾ, ਉਹਨੇ ਮੈਨੂੰ ਇਹ ਵੀ ਨਹੀਂ ਦੱਸਿਆ ਹੈਗਾ ਵੀ ਅਸੀਂ ਬੋਲਦੇ ਹਾਂ ਜਾਂ ਨਹੀਂ ਬੋਲਦੇ, ਪਰ ਕੁਝ ਸ਼ਬਦ ਮੈਨੂੰ ਲੱਗਦਾ ਸਾਡੇ ਤੇ ਉਹਨਾਂ ਦੇ ਉਰਦੂ ਦੇ ਸਾਂਝੇ ਹੋ ਸਕਦੇ ਨੇ। ਇਹ ਆਉਣੇ ਵਾਲੀ ਖੋਜ ਤੋਂ ਹੀ ਪਤਾ ਲੱਗ ਸਕਦਾ ਹੈ। ਚਾਮ, ਪੈਸੇ ਲੈ ਲਓ, ਲਾਲਾ, ਸੋਹਣਾ ਬੱਚਾ, ਬੇਲਾ, ਘਟੀਆ ਇਨਸਾਨ, ਚਾਮਨੀ, ਅੱਖ, ਦੰਡ, ਜੁਰਮਾਨਾ, ਨਿਮਾਦਨ, ਔਰਤ, ਇਹੋ ਜਿਹੇ ਸ਼ਬਦ ਨੇ ਜਿਹੜੇ ਉਹਨੂੰ ਉਹ ਪਾਕਿਸਤਾਨ ਵਿੱਚ, ਕਿਉਂਕਿ ਉਹ ਲਿਖਤ ਤੋਂ ਮੈਨੂੰ ਪ੍ਰਾਪਤ ਹੋਇਆ ਹੀ, ਜਿਹੜੇ ਨੂੰ ਖਵਾਜਾ, ਖਦੜਾ, ਖੁਸਰਾ, ਹੀਜੜਾ, ਚਨਖਾ, ਨਾਮਰਦ, ਮਾਦੀ, ਫਕੀਰ, ਮੂਰਤ ਆਦਿ ਨਾਮਾਂ ਨਾਲ ਪੁਕਾਰਦੇ ਨੇ। ਇਹ ਲਿਖਤ ਹੈ ਜਿਹੜੀ ਹੀਜੜਿਆਂ ਦੀ ਸਮਾਜਿਕ ਤੇ ਧਾਰਮਿਕ ਜ਼ਿੰਦਗੀ ਬਾਰੇ ਵੀ ਦੱਸਦੀ ਹੈ ਵੀ ਪਾਕਿਸਤਾਨ ਵਿੱਚ ਜਿਹੜਾ ਹੀਜੜਾ ਸਮਾਜ ਆ, ਆਪਣੇ ਵਿੱਚ ਮੁਸਲਮਾਨ ਧਰਮ ਤੋਂ ਬਿਨਾਂ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਸ਼ਾਮਲ ਨਹੀਂ ਹੋਣ ਦਿੰਦਾ। ਜੇ ਕੋਈ ਹਿੰਦੂ ਹੀਜੜਾ ਜਾਂ ਕਿਸੇ ਹੋਰ ਕਮਿਊਨਿਟੀ ਨਾਲ ਉਹਨੂੰ ਸਵੀਕ੍ਰਿਤੀ ਨਹੀਂ ਦਿੰਦੇ ਹੈਗੇ। ਇਹ ਇੰਨੀ ਕੁ ਮੇਰੇ ਤੋਂ ਕੀਤਾ ਗਿਆ। ਇਹਦੇ ਤੋਂ ਬਾਅਦ ਹੋਰ ਵੀ ਜਿਹੜੇ ਇਹਨਾਂ ਦੀ ਗੁਪਤ ਭਾਸ਼ਾ ਤੇ ਕੋਡ ਭਾਸ਼ਾ ਤੇ ਵੱਡੇ ਪੱਧਰ ਤੇ ਕੰਮ ਹੋ ਸਕਦਾ ਹੈ। ਇੱਕ ਜਿਹੜੀ ਵੱਡੀ ਗੱਲ ਮੈਨੂੰ ਲੱਗੀ ਜਦੋਂ ਉਹਨਾਂ ਨਾਲ ਗੱਲਬਾਤ ਕਰਦੀ ਸੀ, ਕਿਉਂਕਿ ਲੋਕਧਾਰਾ ਦੀ ਨੂੰ ਇਕੱਤਰ ਕਰਨ ਦੀਆਂ ਜਿਹੜੇ ਖੇਤਰੀ ਵਿਧੀਆਂ ਨੇ, ਉਹ ਬਹੁਤ, ਜਦੋਂ ਅਸੀਂ ਕਿਸੇ ਤੋਂ ਡਾਟਾ ਲੈਣਾ ਹੁੰਦਾ, ਬਹੁਤ ਨਿੱਜੀ ਉਹਦੇ ਨਾਲ ਸਾਂਝ ਹੋਣੀ ਜ਼ਰੂਰੀ ਆ, ਬਹੁਤ ਉਹਨਾਂ ਨਾਲ ਮੇਲ ਮਿਲਾਪ ਹੋਣਾ ਜ਼ਰੂਰੀ ਆ। ਉਹੋ ਜਿਹਾ ਮੇਲ ਮਿਲਾਪ ਨਾਲ ਜੁੜ ਕੇ ਇਹ ਡਾਟਾ ਇਕੱਤਰ ਕੀਤਾ ਜਾ ਸਕਦਾ। ਅਦਰਵਾਈਜ਼ ਉਹਨਾਂ ਦਾ ਸਮੂਹ ਆ ਜਿਹੜਾ ਉਹ ਇੰਨਾ ਕੁ ਜ਼ਿਆਦਾ ਇਕੱਠ ਦੇ ਵਿੱਚ ਰਹਿੰਦਾ ਵੀ ਉਹ ਕਿਸੇ ਵੀ ਤਰੀਕੇ ਨਾਲ ਸਾਨੂੰ ਕੋਈ ਵੀ ਡਾਟਾ ਦੱਸਣ ਲਈ ਤਿਆਰ ਨਹੀਂ ਹੈਗੇ। ਇਸ ਸੰਦਰਭ ਵਿੱਚ PhD ਦਾ ਖੋਜ ਕਾਰਜ ਵੀ ਕੀਤਾ ਜਾ ਸਕਦਾ। ਧੰਨਵਾਦ।